इस ਜ਼ਮਾਨੇ ਦਾ ਨਾਜ਼ੀ ਮੋਹਨ ਭਾਗਵਤ ਜਿਹੜਾ ਉਹ ਅਮਰੀਕਾ ਔਰ ਕੈਨੇਡਾ ਦੇ ਦੌਰੇ ਤੇ ਆ ਰਿਹਾ। ਇਹ ਉਹ ਜਥੇਬੰਦੀ RSS ਜਿਹੜੀ ਨਾ ਕਿਤੇ ਰਜਿਸਟਰਡ ਹੈ, ਅਰਬਾਂ ਖਰਬਾਂ ਰੁਪਇਆ ਇਹਨਾਂ ਦੇ ਕੋਲ ਹੈ, ਨਾ ਇਹਨਾਂ ਦੇ ਚਾਰਟਰ ਦਾ ਕਿਸੇ ਨੂੰ ਪਤਾ ਹੈ, ਗੁਪਤ ਰੱਖਿਆ ਜਾਂਦਾ ਹੈ, ਲੇਕਿਨ ਇਹਦੇ ਬਾਵਜੂਦ ਕਰੋੜਾਂ ਲੋਕਾਂ ਨੂੰ ਇਹਨਾਂ ਨੇ ਆਪਣੇ ਜਾਲ 'ਚ ਫਸਾਇਆ ਹੋਇਆ ਹੈ। ਇਹ ਬਿਲਕੁਲ ਕਿਵੇਂ ਅਮਰੀਕਾ ਔਰ ਕੈਨੇਡਾ ਦੇ ਵਿੱਚ ਇਸ ਜ਼ਹਿਰ ਨੂੰ ਫੈਲਾਉਣ ਆ ਰਿਹਾ ਜਿਹੜਾ ਹਿੰਦੂਤਵਾ ਵਿਚਾਰਧਾਰਾ ਦਾ ਹੈ। ਨਾ ਸਿਰਫ ਉਹ ਇੱਥੋਂ ਦਾ ਮਾਹੌਲ ਵਿਗਾੜਨ ਆ ਰਿਹਾ, ਆਲਰੇਡੀ ਇਹ ਪੋਲਰਾਈਜ਼ ਕਰਨ ਵਾਲੀ ਜਮਾਤ ਹੈ, ਪਰ ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖਤ ਦੇ ਜਥੇਦਾਰ ਸਨ ਉਦੋਂ ਅਕਾਲ ਤਖਤ ਦਾ ਹੁਕਮਨਾਮਾ ਹੈ RSS ਦੇ ਖਿਲਾਫ ਕਿ ਸਿੱਖ ਵਿਰੋਧੀ ਜਮਾਤ ਹੈ ਔਰ ਇਹਨਾਂ ਦੇ ਨਾਲ ਕੋਈ ਕੋਆਰਡੀਨੇਸ਼ਨ ਨਾ ਕੀਤੀ ਜਾਏ ਔਰ ਇਹਨਾਂ ਦਾ ਵਿਰੋਧ ਕੀਤਾ ਜਾਏ। ਜਿਸ ਨਫ਼ਰਤ ਚੋਂ ਨਾਜ਼ੀਆਂ ਦੀ ਆਈਡੀਓਲੋਜੀ ਨੇ ਕਿੰਨੇ ਮਿਲੀਅਨ ਐਂਡ ਮਿਲੀਅਨਸ ਲੋਕਾਂ ਦਾ ਘਾਣ ਕੀਤਾ, ਇਹੀ ਕੁਝ ਭਾਰਤ ਦੇ ਵਿੱਚ ਹੋ ਰਿਹਾ ਔਰ ਜੇ ਇਸ ਵਿਚਾਰਧਾਰਾ ਵਾਲਿਆਂ ਨੂੰ ਨੱਥ ਨਾ ਪਾਈ ਗਈ ਤੇ ਇਹ ਫਿਰ ਬਹੁਤ ਜ਼ਿਆਦਾ ਜਿਹੜਾ ਉਜਾੜਾ, ਬਰਬਾਦੀ ਔਰ ਨਸਲਕੁਸ਼ੀ ਜਿਹੜੀ ਹੈ ਉਸ ਖਿੱਤੇ ਦੇ ਵਿੱਚ ਦੇਖਣ ਨੂੰ ਮਿਲੇਗੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब अर्ज। मैं हाँ तुहाडी होस्ट नीलम कौर। मैं TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 12 ਅਗਸਤ 2026 28 ਸਾਵਨ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स से तुसी TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸੇ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਗ੍ਰੀਨਵੁੱਡ ਇੰਡੀਆਨਾ ਤੋਂ ਸਰਦਾਰ ਸੰਤੋਖ ਸਿੰਘ, ਜਸਵਿੰਦਰ ਸਿੰਘ ਐਂਡ ਫੈਮਿਲੀ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਹਿੰਦੂਤਵੀ ਵਿਚਾਰਧਾਰਾ ਵਾਲੀ ਜਥੇਬੰਦੀ RSS ਦਾ ਮੁਖੀ ਮੋਹਨ ਭਾਗਵਤ ਅਮਰੀਕਾ, ਕੈਨੇਡਾ ਦੇ ਦੌਰੇ ਤੇ ਆ ਰਿਹਾ। ਭਾਵੇਂ ਹਾਲੇ ਤੱਕ ਉਸ ਦੇ ਪ੍ਰੋਗਰਾਮਾਂ ਦਾ ਠੀਕ ਵੇਰਵਾ ਸਾਹਮਣੇ ਨਹੀਂ ਆਇਆ, ਪਰ ਸਿੱਖ ਜਥੇਬੰਦੀਆਂ ਵੱਲੋਂ ਉਸ ਦੇ ਖਿਲਾਫ ਰੋਸ ਵਿਖਾਵਿਆਂ ਦੀ ਕਾਲ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ US ਸਰਫ ਨੂੰ ਲਿਖਿਆ ਹੈ ਕਿ ਮੋਹਨ ਭਾਗਵਤ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਲਾਈ ਜਾਵੇ
ਇਸੇ ਤਰ੍ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਮੋਹਨ ਭਾਗਵਤ ਦੇ ਖਿਲਾਫ ਰੋਸ ਵਿਖਾਵਿਆਂ ਦੀ ਕਾਲ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਦਰਸ਼ਕਾਂ ਤੋਂ ਮਾਫੀ ਚਾਹੁੰਦੇ ਹਾਂ ਕਿ 2 ਦਿਨ ਦਾ ਪ੍ਰੋਗਰਾਮ ਮੰਡੇ ਵੀ ਔਰ ਟਿਊਜ਼ਡੇ ਵੀ ਅਸੀਂ ਨਹੀਂ ਕਰ ਸਕੇ। ਉਹਦਾ ਕਾਰਨ ਸਾਡੀ ਅਨਅਵੇਲੇਬਿਲਟੀ ਨਹੀਂ ਸੀ। ਜੋ ਕੁਛ 9/11 ਤੋਂ ਬਾਅਦ ਇਨ ਜਨਰਲ ਔਰ ਪਿਛਲੇ ਕੁਛ ਟਾਈਮ ਤੋਂ ਇਨ ਪਾਰਟਿਕੂਲਰ ਅਮਰੀਕਾ ਦੇ ਵਿੱਚ ਖਾਸ ਤੌਰ 'ਤੇ ਜਿਸ ਕਿਸਮ ਦਾ ਹਵਾਈ ਅੱਡਿਆਂ ਦਾ, ਜਹਾਜ਼ਾਂ ਦਾ, ਫਲਾਈਟਸ ਦਾ ਜੋ ਕੁਛ ਬਣਿਆ ਹੋਇਆ, ਜਿਹਨਾਂ ਨੂੰ ਵੀ ਟਰੈਵਲ ਕਰਨ ਦਾ ਮੌਕਾ ਮਿਲਦਾ ਹੈ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ। ਅਸੀਂ ਆਪਣੇ ਰੂਟੀਨ ਮੁਤਾਬਕ ਮੰਡੇ ਫਲਾਈ ਕਰਨਾ ਸੀ ਗ੍ਰੈਂਡ ਰੈਪਿਡਸ ਮਿਸ਼ੀਗਨ ਤੋਂ, ਲੇਕਿਨ ਐਨ ਮੌਕੇ 'ਤੇ ਜਦੋਂ ਅਸੀਂ ਏਅਰਪੋਰਟ ਦੇ ਨੇੜੇ ਸੀ, ਇਹ ਉਹਨਾਂ ਨੇ ਇਨਫੋਰਮ ਕੀਤਾ ਕਿ ਜੀ ਸਟੋਰਮ ਜਿਹੜਾ ਹੈ ਉਹ ਨਿਊਯਾਰਕ ਦੇ ਸਕਾਈਜ਼ ਦੇ ਵਿੱਚ ਹੈ ਔਰ ਇਸ ਲਈ ਫਲਾਈਟ ਕੈਂਸਲ ਔਰ ਕੋਈ ਆਲਟਰਨੇਟ ਫਲਾਈਟ, ਕਿਉਂਕਿ ਹੋਰ ਵੀ ਏਅਰਲਾਈਨਸ ਦੀਆਂ ਫਲਾਈਟਸ ਕੈਂਸਲ ਕੀਤੀਆਂ ਗਈਆਂ, ਅਸੀਂ ਵਾਪਸ ਮੁੜੇ, ਕੋਈ ਚੋਇਸ ਨਹੀਂ ਸੀ। ਕੱਲ ਜਦੋਂ ਕਿ ਫਲਾਈ ਕਰਨਾ ਸੀ, ਅਸੀਂ ਇੱਥੇ ਨਿਊਯਾਰਕ 4:30 ਪਹੁੰਚ ਜਾਣਾ ਸੀ ਔਰ ਜ਼ਾਹਰ ਹੈ ਕਿ ਆ ਕੇ ਪ੍ਰੋਗਰਾਮ ਕਰਨਾ ਸੀ, ਪਰ ਉਹ ਫਲਾਈਟ ਵੀ ਆਲਮੋਸਟ 4 ਘੰਟੇ ਲੇਟ ਉੱਥੋਂ ਉੱਡੀ ਔਰ ਅਗੇਨ ਸਟੋਰਮ ਦੀ ਹੀ ਜਿਹੜੀ ਹੈ ਉਹ ਗੱਲ ਕੀਤੀ ਗਈ। ਸੋ ਅਸੀਂ ਨਾ ਚਾਹੁੰਦੇ ਹੋਏ ਵੀ ਕਈ ਵਾਰ ਇਹ ਮਜਬੂਰੀ ਬਣ ਜਾਂਦੀ ਹੈ, ਜਦੋਂ ਵੀਕਐਂਡ 'ਤੇ ਟਰੈਵਲ ਕਰਨਾ ਵੀ ਜ਼ਰੂਰੀ ਹੁੰਦਾ, ਜਿੱਥੇ ਵੀ ਕੋਈ ਸਮਾਗਮ ਹੁੰਦੇ ਨੇ। ਹਾਲਾਂ ਅਸੀਂ ਵਿੱਚ ਵਿੰਡੋ ਰੱਖਦੇ ਹਾਂ ਕੁਛ ਘੰਟਿਆਂ ਦੀ, ਪਰ ਜਦੋਂ ਇਸ ਕਿਸਮ ਦਾ ਹੀ ਹੋਏ ਵੀ ਫਲਾਈਟਸ ਹੀ ਕੈਂਸਲਡ ਨੇ, ਫਿਰ ਤੁਸੀਂ ਕੁਛ ਨਹੀਂ ਕਰ ਸਕਦੇ। ਔਰ ਇਸ ਪੀਰੀਅਡ 'ਚ ਫਿਰ ਬਹੁਤ ਸਾਰੇ ਸਾਡੇ ਵਿਊਅਰ ਫਿਕਰਮੰਦ ਵੀ ਹੁੰਦੇ ਨੇ, ਸ਼ਿਕਵਾ ਵੀ ਕਰਦੇ ਨੇ। ਅਸੀਂ ਫਰਾਈਡੇ, ਕਿਉਂਕਿ ਸੈਚਰਡੇ ਦਾ ਆਨੰਦ ਕਾਰਜ ਸਾਡੇ ਪਰਮ ਮਿੱਤਰ ਜਿਨ੍ਹਾਂ ਨੇ ਜਦੋਂ ਪਹਿਲੀ ਵਾਰ ਉਹਨਾਂ ਨਾਲ ਮੁਲਾਕਾਤ ਅਮਰੀਕਾ ਦੀ ਧਰਤੀ 'ਤੇ ਹੋਈ ਤੇ ਉਹ ਦੁਬਈ 'ਚ ਰਹਿੰਦੇ ਸਨ, ਮਾਤਾ ਗੁਜਰੀ ਸਹਾਰਾ ਟਰਸਟ ਜਿਹੜਾ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਬੱਚਿਆਂ ਦੀ ਦੇਖਭਾਲ ਦੇ ਲਈ ਭੈਣੀ ਕਲਰ ਸੰਗਰੂਰ ਦੇ ਵਿੱਚ ਹੋਂਦ 'ਚ ਆਇਆ ਸੀ, ਉਸ ਦੇ ਲਈ ਜਿਹੜਾ ਉਹ ਸੇਵਾ ਦੇ ਲਈ ਆਏ ਸਨ। ਹੌਲੀ ਹੌਲੀ ਜਿਹੜਾ ਉਹਨਾਂ ਨੇ ਅਮਰੀਕਾ ਨੂੰ ਆਪਣਾ ਘਰ ਬਣਾਇਆ ਔਰ ਪਹਿਲਾਂ ਕਾਫੀ ਵਕਤ ਉਹ ਬੇਕਰਸਫੀਲਡ 'ਚ ਰਹੇ, ਫਿਰ ਡੈਲਸ ਆਏ ਔਰ ਹੁਣ ਜਿਹੜਾ ਉਹਨਾਂ ਦਾ ਨਿਵਾਸ ਇੰਡੀਆਨਾ ਗ੍ਰੀਨਵੁੱਡ ਦੇ ਵਿੱਚ ਹੈ। ਹਾਲਾਂ ਵੱਡੀ ਟ੍ਰੈਜਡੀ ਇਸ ਪਰਿਵਾਰ ਨਾਲ ਹੋਈ ਜਦੋਂ ਕਿ ਉਹਨਾਂ ਦਾ ਓਨਲੀ ਸਨ ਜਿਹੜਾ ਬਹੁਤ ਜਿਸ ਨੂੰ ਕਹੋ ਕਿ ਕੈਰਿਜ਼ਮੈਟਿਕ ਬੇਟਾ, ਉਸ ਦੇ ਵਿੱਚ ਸਿੱਖੀ ਭਾਵਨਾ ਵੀ ਔਰ ਹਰ ਪੱਖੋਂ ਜਿਹੜਾ ਹੈ ਉਹ ਇੱਕ ਫਿਊਚਰ ਦਾ ਖਾਲਿਸਤਾਨ ਦਾ ਸੋਲਜਰ, ਉਸ ਦੀ ਜਿਹੜੀ ਹੈ ਡਾਲਸ ਦੇ ਵਿੱਚ ਐਕਸੀਡੈਂਟ ਦੇ ਵਿੱਚ ਡੈਥ ਹੋਈ, ਬਘੇਲ ਸਿੰਘ, ਔਰ ਉਸ ਨੇ ਸਮੁੱਚੇ ਪਰਿਵਾਰ ਨੂੰ ਝਟਕਾ ਦਿੱਤਾ। ਲੇਕਿਨ ਫਿਰ ਵੀ ਜਿਵੇਂ ਪਰਿਵਾਰਾਂ ਦਾ ਵਿੱਚ ਇਸ ਸਭ ਦੇ ਬਾਵਜੂਦ ਜਿਹੜੀ ਸਿੱਖੀ ਭਾਵਨਾ ਹੈ, ਉਹਨਾਂ ਦੇ ਵੱਡੇ ਭਰਾਵਾਂ ਦੇ ਨਾਲ ਵੀ ਦੋਵਾਂ ਨਾਲ ਮਿਲਣ ਦਾ ਸਬਬ ਹੋਇਆ। ਛੋਟਾ ਵੀਰ ਜਸਵਿੰਦਰ ਸਿੰਘ ਉਹ ਆਲਰੇਡੀ ਇੱਥੇ ਨੇ ਔਰ ਇਸ ਸਾਰੇ ਦੇ ਚਲਦੇ ਆ ਜਿਹੜਾ ਛੋਟਾ ਭਾਈ ਜਸਵਿੰਦਰ ਸਿੰਘ, ਉਹਨਾਂ ਦੇ ਬੇਟੇ ਸੁਬੇਗ ਸਿੰਘ ਦਾ ਆਨੰਦ ਕਾਰਜ ਸੀ। ਜਸਵਿੰਦਰ ਸਿੰਘ ਔਰ ਰਾਜਬੀਰ ਕੌਰ ਦਾ ਸਪੁੱਤਰ, ਔਰ ਜਿਹੜਾ ਸਾਰਾ ਹੀ ਪ੍ਰੋਗਰਾਮ ਸੀ, ਹਾਲਾਂ ਅਸੀਂ ਸੈਚਰਡੇ ਦੇ ਸ਼ਾਮ ਦੇ ਪ੍ਰੋਗਰਾਮ 'ਚ ਵੀ ਜਾ ਕੇ ਸ਼ਮੂਲੀਅਤ ਕੀਤੀ। ਐਤਵਾਰ ਗੁਰਦੁਆਰਾ ਸਾਹਿਬ ਦੀਵਾਨ ਸੀ ਜਿਹਦੇ 'ਚ ਜ਼ਾਹਰ ਹੈ ਕਿ ਆਨੰਦ ਕਾਰਜ ਦੇ ਸਮਾਗਮ ਹੋਏ ਔਰ ਫਿਰ ਸ਼ਾਮ ਨੂੰ ਉਹਨਾਂ ਨੇ ਆਪਣਾ ਬਹੁਤ ਖੁੱਲ੍ਹਾ ਫਾਰਮ ਹਾਊਸ ਦੇ ਵਿੱਚ, ਜਿੱਥੇ ਕਿ ਆਪਣੇ ਪਿੰਡਾਂ ਵਰਗਾ ਮਾਹੌਲ ਹੀ ਮਹਿਸੂਸ ਹੁੰਦਾ ਹੈ, ਉਸ ਦੇ ਵਿੱਚ ਉਹਨਾਂ ਨੇ ਜਿੱਥੇ ਸ਼ਾਮ ਦਾ ਖਾਣਾ ਰੱਖਿਆ ਹੋਇਆ ਸੀ, ਉੱਥੇ ਕਵਿਸ਼ਰੀ ਦਾ ਪ੍ਰੋਗਰਾਮ ਵੀ ਸੀ। ਸੋ ਇਹ ਸਮੁੱਚਾ, ਜਿਵੇਂ ਮੈਂ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਇਹ ਕਿਹਾ ਸੀ ਕਿ ਸਾਡੇ ਸ਼ਹੀਦੀ ਸਮਾਗਮ, ਸਾਡੀਆਂ ਸੈਲੀਬ੍ਰੇਸ਼ਨਸ, ਸਾਡੇ ਲਈ ਕੋਈ ਵੀ ਪਾਰਟ ਜਿਹੜਾ ਹੈ ਉਹ ਖਾਲਿਸਤਾਨ ਤੋਂ ਸ਼ੁਰੂ ਹੁੰਦਾ ਹੈ ਤੇ ਖਾਲਿਸਤਾਨ ਦੇ ਉੱਤੇ ਹੀ ਆ ਕੇ ਮੁੱਕਦਾ ਹੈ। ਬਹੁਤ ਵੱਡੇ ਲੈਵਲ ਦੇ ਉੱਤੇ ਜਿਹੜੀ ਗੈਦਰਿੰਗ ਸੀ ਹਰ ਪਾਸਿਓਂ, ਉਹਨਾਂ ਦੇ ਵੈਲਵਿਸ਼ਰ ਵੀ ਔਰ ਖ਼ਾਸ ਤੌਰ 'ਤੇ ਪੰਥਕ ਪਲੇਟਫਾਰਮ ਨਾਲ ਸੰਬੰਧਿਤ, ਖਾਲਿਸਤਾਨ ਦੀ ਸਟਰਗਲ ਨਾਲ ਸੰਬੰਧਿਤ ਵੀਰ ਭੈਣਾਂ ਔਰ ਦਰਸ਼ਕ ਜੋ ਮੈਂ ਗੱਲ ਕਰ ਰਿਹਾ ਉਹ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਕਿ ਕਿੰਨਾ ਇੰਪ੍ਰੈਸਿਵ ਇਕੱਠ ਸੀ। ਔਰ ਜਿਵੇਂ ਦੂਸਰੇ ਪਾਸੇ ਜਿਹੜੀ ਬੱਚੀ ਗੁਰਲੀਨ ਕੌਰ
ਸਾਡੇ ਸਿੱਖ ਗੁਰਦੁਆਰਾ ਗ੍ਰੇਟਰ ਵਾਸ਼ਿੰਗਟਨ ਜ਼ਿਲ੍ਹਾ ਵਕਤ ਉਹਨਾਂ ਨੇ ਸੇਵਾ ਕੀਤੀ। ਗੁਰਮੀਤ ਸਿੰਘ ਨਿਮਾਣਾ ਉਹਨਾਂ ਦੇ ਪਰਿਵਾਰ ਦੀ ਬੱਚੀ ਹੈ ਔਰ ਉਹਨਾਂ ਦੇ ਪਿਤਾ ਬਲਬੀਰ ਸਿੰਘ, ਸਰਬਜੀਤ ਕੌਰ ਉਹਨਾਂ ਦੀ ਬੇਟੀ ਗੁਰਲੀਨ ਕੌਰ। ਸੋ ਸੁਬੇਗ ਸਿੰਘ, ਗੁਰਲੀਨ ਕੌਰ ਦਾ ਆਨੰਦ ਕਾਰਜ ਸੀ, ਬੜੀ ਚੜ੍ਹਦੀ ਕਲਾ ਦੇ ਵਿੱਚ ਹੋਇਆ। ਔਰ ਆਮ ਆਨੰਦ ਕਾਰਜ ਵੇਲੇ ਤਾਂ ਕਾਲੀ ਪਾਈ ਹੁੰਦੀ ਹੈ ਰਾਗੀਆਂ ਨੂੰ ਵੀ ਕਿ ਭੋਗ ਪਾਓ, ਪਰ ਇੱਥੇ ਉਹਨਾਂ ਨੇ ਟਿਕਾ ਕੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਭਾਈ ਇੱਥੇ ਕਵੀਸ਼ਰਾਂ ਨੇ ਵੀ ਕਰਨਾ ਹੈ, ਢਾਡੀਆਂ ਨੇ ਵੀ ਕਰਨਾ ਹੈ, ਤੇ ਫਿਰ ਬੁਲਾਰਿਆਂ ਨੇ ਉਹਨਾਂ ਦੇ ਕੋਲ ਤਾਂ ਘੜੀ ਬੁਲਾਰੇ ਦੂਜੇ ਪਾਸੇ ਕਰ ਦਿੰਦੇ ਨੇ ਮੂੰਹ ਦਾ। ਸੋ ਆਲਮੋਸਟ 2 ਘੰਟੇ ਦਾ ਇਹ ਪੰਥਕ ਸਮਾਗਮ, ਜਿਸ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਹੋਈਆਂ। ਔਰ ਦੋਨੋਂ ਹੀ ਬੱਚਾ ਬੱਚੀ ਸਿੱਖੀ ਸਰੂਪ 'ਚ ਵੀ ਨੇ ਔਰ ਬੇਟੀ ਦੇ ਦਸਤਾਰ ਸਜਾਈ ਹੋਈ ਹੈ। ਔਰ ਪੂਰਾ ਹੀ ਜਿਹੜਾ ਮਾਹੌਲ ਸੀ ਉਹ ਇਵੇਂ ਨਹੀਂ ਸੀ ਲੱਗਦਾ ਜੋ ਕੁਛ ਅੱਜ ਕੱਲ੍ਹ ਅਸੀਂ ਵਿਆਹਾਂ ਦੇ ਨਾਂ ਦੇ ਉੱਤੇ ਜੋ ਕੁਛ ਬਣਾਇਆ ਹੋਇਆ ਉਸ ਦੇ ਬਿਲਕੁਲ ਬਰਕਸ ਇੱਕ ਗੁਰਮਤ ਰਿਲੇਟਡ। ਹਾਂ, ਕੁਛ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਪਰਿਵਾਰਾਂ ਦੇ ਵਿੱਚ ਜਦੋਂ ਬੱਚੇ ਬੱਚੀਆਂ ਦਾ ਜ਼ੋਰ ਪੈਂਦਾ ਕਈ ਵਾਰ ਨਾ ਚਾਹੁੰਦੇ ਹੋਏ ਵੀ ਉਹਨੂੰ ਭਾਵੇਂ ਤੁਸੀਂ ਰਵਾਇਤ, ਟ੍ਰੈਡੀਸ਼ਨ, ਕਸਟਮ ਦੇ ਨਾਂ ਥੱਲੇ ਕਰੋ, ਉਹ ਹੁੰਦੀਆਂ ਨੇ। ਔਰ ਇਸ ਮੌਕੇ ਦੇ ਉੱਤੇ ਕਿਉਂਕਿ ਭਾਈ ਸੰਤੋਖ ਸਿੰਘ, ਬੀਬੀ ਪਰਮਜੀਤ ਕੌਰ ਉਹਨਾਂ ਦੀ ਸਿੰਘਣੀ ਸਾਹਿਬਾਂ, ਔਰ ਜਿਹੜਾ ਇੱਕ ਟੱਚਿੰਗ ਪਾਰਟ ਸੀ ਜਿਹਨੂੰ ਮੈਂ ਮੈਂਸ਼ਨ ਵੀ ਕੀਤਾ ਕਿਉਂਕਿ ਬਘੇਲ ਸਿੰਘ ਹੀ ਬੇਟਾ ਸੀ ਭਾਈ ਸੰਤੋਖ ਸਿੰਘ, ਬੀਬੀ ਪਰਮਜੀਤ ਕੌਰ ਦਾ। ਤੇ ਜਦੋਂ ਅਨਾਉਂਸ ਕੀਤਾ ਉਹਨਾਂ ਨੇ ਜਿਹੜਾ ਹੁੰਦਾ ਪੱਲੇ ਦੀ ਰਸਮ ਕਿ ਬੇਟੇ ਦਾ ਪਿਤਾ ਔਰ ਮਾਤਾ ਜਿਹੜੇ ਨੇ ਉਹ ਖਲੋਣ, ਸੋ ਉਹਨਾਂ ਨੇ ਜ਼ਿੱਦ ਕੀਤੀ ਜਸਵਿੰਦਰ ਸਿੰਘ ਹੋਰਾਂ ਨੇ ਕਿ ਵੀ ਨਹੀਂ, ਭਾਈ ਸੰਤੋਖ ਸਿੰਘ ਔਰ ਉਹਨਾਂ ਦੇ ਘਰੋਂ ਉਹੀ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਇਹ ਸੀ। ਔਰ ਮੈਂ ਇਹ ਸਮਝਦਾ ਵੀ ਜਦੋਂ ਅਸੀਂ ਇਹ ਸਾਡਾ ਜਿਹੜਾ ਰਵਾਇਤੀ ਸਾਂਝਾਂ ਦੀ ਗੱਲ ਸੀ, ਭਰਾਵਾਂ ਭੈਣਾਂ ਦਾ ਇਕੱਠੇ ਹੋਣਾ, ਇਕੱਠ ਦੇ ਵਿੱਚ ਰਹਿਣਾ, ਇਸ ਦੀਆਂ ਆਪਣੀਆਂ ਬਰਕਤਾਂ ਨੇ। ਲੇਕਿਨ ਇੱਕ ਪਾਰਟ ਜਿਹੜਾ ਅਸੀਂ ਨਾ ਪੱਖੀ ਇਸ ਸਮਾਜ, ਇਸ ਸੁਸਾਇਟੀ ਦਾ ਲਿਆ ਅਮਰੀਕਾ, ਉਹ ਇੰਡੀਵਿਜੂਅਲਿਜ਼ਮ ਹੈ। ਸੋ ਆਪਣੇ ਆਪ ਦੇ ਵਿੱਚ ਇਹ ਇੱਕ ਸਫਲ ਜਿਹੜਾ ਇੱਕ ਇਕੱਠ ਸੀ, ਪੰਥ ਦੀ ਗੱਲ ਹੋਈ, ਵਿਚਾਰਾਂ ਹੋਈਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਸਰਜੀਤ ਸਿੰਘ ਆਲੋਆਰਕ, ਬਾਠ ਪਰਿਵਾਰ ਜਿਹੜੇ ਸਾਡੇ ਵਰਜੀਨੀਆ ਤੋਂ ਨੇ, ਉਹ ਸਾਰਿਆਂ ਨੇ ਆਪੋ ਆਪਣਾ ਜਿਹੜਾ ਇਸ ਮੌਕੇ ਦੇ ਉੱਤੇ ਆਪਣੇ ਵਿਚਾਰ ਵੀ ਦਿੱਤੇ, ਪੰਥਕ ਚੜ੍ਹਦੀ ਕਲਾ ਦੀ ਗੱਲਬਾਤ ਵੀ ਹੋਈ। ਔਰ ਇਹੀ ਪੀਰੀਅਡ ਸੀ। ਫਿਰ ਅਗਲੇ ਦਿਨ ਐਤਵਾਰ ਦਾ ਦੀਵਾਨ ਜਿਹੜਾ ਹੈ ਉਹ ਵੀ ਬਹੁਤ ਸਾਰੇ ਜਿਹੜੇ ਅਜੇ ਮਹਿਮਾਨ ਸੀ ਰੁਕੇ ਵੀ ਹੋਏ ਸੀ। ਸਾਨੂੰ ਵੀ ਸੰਗਤ ਦੇ ਦੀਦਾਰ ਦਾ ਮੌਕਾ ਮਿਲਿਆ ਔਰ ਉਹ ਜਿਹੜੀ ਸਾਡੀ ਐਤਵਾਰ ਦੀ ਸਪੀਚ ਸੀ ਉਸ ਨੂੰ ਹੀ ਅਸੀਂ ਪਹਿਲੇ ਦਿਨ ਮੰਡੇ ਦੇ ਪ੍ਰੋਗਰਾਮ ਚਲਾਇਆ, ਜਿਸ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ। ਇਸੇ ਦੌਰਾਨ ਸਾਡੇ ਵੀਰ ਜਾਪੀ ਸਿੰਘ ਔਰ ਉਹਨਾਂ ਦੇ ਕਾਰੋਬਾਰੀ ਥਾਂ ਦੇ ਉੱਤੇ ਵੀ ਜਾਣ ਦਾ ਮੌਕਾ ਬਣਿਆ। ਦਰਸ਼ਕ ਦੇਖ ਸਕਦੇ ਨੇ ਸਰ ਬਲਵਿੰਦਰ ਸਿੰਘ ਚੱਠਾ ਜੀ, ਉਹ ਵੀ ਸਪੈਸ਼ਲੀ ਆਏ ਹੋਏ ਸੀ। ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਵੀ ਦਿੱਤੀ। ਔਰ ਇਸ ਵੇਲੇ ਇੰਡੀਅਨਐਪਲਸ ਦੇ ਵਿੱਚ ਕਾਫੀ ਐਕਟੀਵਿਟੀ ਹੈ। ਗ੍ਰੀਨਵੁੱਡ ਦੇ ਵਿੱਚ ਇੰਡੀਅਨਐਪਲਸ 'ਚ ਆਉਣ ਵਾਲੇ ਜਿਹੜਾ 16 ਤਰੀਕ ਨੂੰ ਐਤਵਾਰ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਸੋ ਉਸ ਨੂੰ ਲੈ ਕੇ ਉਤਸ਼ਾਹ ਵੀ ਸੀ। ਸਾਰੀ ਟੀਮ ਖਾਲਿਸਤਾਨ ਰੈਫਰੈਂਡਮ ਨਾਲ ਸੰਬੰਧਿਤ ਉਹਨਾਂ ਨੇ ਆਪਣੇ ਟੇਬਲ ਵੀ ਲਾਏ ਹੋਏ ਸੀ ਔਰ ਆਪਣੀ ਪ੍ਰੈਜੈਂਟੇਸ਼ਨ ਵੀ ਉਹਨਾਂ ਨੇ ਦਿੱਤੀ। ਸੋ ਅਸੀਂ ਔਰ ਇਸੇ ਹੀ ਖੁਸ਼ੀ ਦੇ ਵਿੱਚ, ਸਪੋਰਟ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਭਾਈ ਸੰਤੋਖ ਸਿੰਘ, ਭਾਈ ਜਸਵਿੰਦਰ ਸਿੰਘ ਸਮੁੱਚੇ ਪਰਿਵਾਰ ਵੱਲੋਂ ਸਪਾਂਸਰ ਕੀਤਾ ਗਿਆ। ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ। ਜਿਹੜੀ ਕਿਉਂਕਿ ਆਲਮੋਸਟ ਅਸੀਂ 3-4 ਦਿਨ ਬਾਅਦ ਜਿਹੜਾ ਉਹ ਪ੍ਰੋਗਰਾਮ ਕਰ ਰਹੇ ਹਾਂ, ਵੀਕਐਂਡ ਵੀ ਵਿਚਾਲੇ ਆਇਆ। ਸੋ ਜਿਹੜੀ ਖਬਰ ਇਸ ਵੇਲੇ ਸਭ ਤੋਂ ਜ਼ਿਆਦਾ ਅਹਿਮੀਅਤ ਵਾਲੀ ਹੈ, ਇੱਕ ਪਾਸੇ ਤਾਂ 15 ਅਗਸਤ ਜਿਹੜਾ ਕਮਿੰਗ ਸੈਚਰਡੇ ਹੈ, ਉਸ ਮੌਕੇ ਦੇ ਉੱਤੇ ਜਿਹੜਾ ਧੋਖਾ ਸਾਡੇ ਲਈ ਕਾਲਾ ਦਿਵਸ, ਬਟਰੇਅਲ ਡੇ, ਲਗਭਗ 79 ਸਾਲ ਪਹਿਲਾਂ 15 ਅਗਸਤ 1947 ਦੇ ਉਜਾੜੇ ਕਿਸੇ ਦੇ ਲਈ ਆਜ਼ਾਦੀ ਹੈ। ਇੰਡੀਆ ਦਾ ਆਜ਼ਾਦੀ ਦਿਵਸ ਕਹਿ ਕੇ ਉਹ 15 ਅਗਸਤ ਨੂੰ ਸੈਲੀਬ੍ਰੇਟ ਕਰਦੇ ਨੇ। ਪਾਕਿਸਤਾਨ ਇੱਕ ਦਿਨ ਪਹਿਲਾਂ 14 ਅਗਸਤ ਨੂੰ ਆਪਣਾ ਆਜ਼ਾਦੀ ਡੇ ਸੈਲੀਬ੍ਰੇਟ ਕਰਦਾ ਹੈ। ਪਰ ਸਾਡੇ ਲਈ ਉਦੋਂ ਵੀ ਉਜਾੜਾ ਸੀ ਔਰ ਅੱਜ ਵੀ 80 ਸਾਲ ਬਾਅਦ, 79 ਸਾਲ ਬਾਅਦ ਅਸੀਂ ਉਸ ਤੋਂ ਵੀ ਬਦਤਰ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਫਸੇ ਹੋਏ ਹਾਂ। ਔਰ ਵਿਦਨ ਕੰਟਰੀ ਤਾਂ ਜੋ ਹਾਲ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ,
ਦਲਿਤਾਂ ਦਾ ਹੋ ਰਿਹਾ ਉਹ ਤਾਂ ਆਲਮੋਸਟ ਸਾਡੀ ਚਰਚਾ ਦਾ ਵਿਸ਼ਾ ਹੁੰਦਾ ਹੀ ਹੈ। ਲੇਕਿਨ RSS ਜਿਹੜੀ ਕਿ ਨਾਜ਼ੀ ਜਰਮਨੀ ਔਰ ਇਟਲੀ ਦੇ ਮੁਸੋਲਿਨੀ ਜਿਹਨੂੰ ਫਾਸ਼ਿਸਟ ਕਰਕੇ ਕਿਹਾ ਜਾਂਦਾ ਹੈ, ਉਹਨਾਂ ਦੇ ਕੰਬੀਨੇਸ਼ਨ ਚੋਂ, ਉਹਨਾਂ ਦੀ ਵਿਚਾਰਧਾਰਾ ਦੇ ਕੰਬੀਨੇਸ਼ਨ ਚੋਂ ਨਿਕਲੀ ਹੋਈ ਜਮਾਤ ਹੈ। ਜ਼ਾਹਰ ਹੈ ਇੱਕ ਪਾਸੇ ਜਿਹੜਾ ਸਲੋਗਨ ਨਾਜ਼ੀਆਂ ਦਾ ਸੀ, ਹਿਟਲਰ ਦੀ ਆਈਡੀਓਲੋਜੀ ਨਾਜ਼ੀ ਪਾਰਟੀ ਦੀ, ਵਨ ਨੇਸ਼ਨ ਵਨ ਰੇਸ ਵਨ ਪੀਪਲ, ਉਹਨਾਂ ਦੀ ਵਿਚਾਰਧਾਰਾ ਨੂੰ ਹੀ, ਔਰ ਵਾਈਟ ਸੁਪਰੈਮਿਸਿਜ਼ਮ ਕਿ ਵੀ ਚਿੱਟੀ ਨਸਲ ਸੁਪੀਰੀਅਰ ਹੈ ਔਰ ਬਾਕੀ ਸਾਰੇ ਉਹਦੇ ਦੁਬੈਲ ਰਹਿਣਗੇ, ਗੁਲਾਮ ਰਹਿਣਗੇ। ਬਿਲਕੁਲ। ਔਰ ਇਸੇ ਵਿਚਾਰਧਾਰਾ ਦੇ ਉੱਤੇ ਜਿਸ ਵਿਚਾਰਧਾਰਾ ਨੂੰ ਸਾਵਰਕਰ ਨੇ ਐਪਰੀਸ਼ੀਏਟ ਕੀਤਾ, ਡਾਕਟਰ ਹੈਡਗਵੇਅਰ ਜਿਹਨੇ 1925 ਦੇ ਵਿੱਚ RSS ਫਾਊਂਡ ਕੀਤਾ, ਉਹਨੇ ਐਪਰੀਸ਼ੀਏਟ ਕੀਤਾ। ਓਬਵੀਅਸਲੀ ਹਿਟਲਰ ਨੇ ਤਾਂ ਕੀਤਾ ਹੀ ਕੀਤਾ। ਗੋਲਵਲਕਰ ਜਿਹਦੇ ਬੰਚ ਆਫ ਥਾਟਸ ਕਿਤਾਬ ਨੂੰ ਤੁਸੀਂ ਅੱਜ ਵੀ ਦੇਖੋ ਤੇ ਉਸ ਦੇ ਵਿੱਚ ਉਹਨੇ ਉਸ ਦਾ ਪੈਰਲਲ ਸਲੋਗਨ ਹੀ ਹਿੰਦੀ ਹਿੰਦੁਸਤਾਨ ਦਿੱਤਾ ਹੈ। ਔਰ ਹਿਟਲਰ ਨੂੰ ਇਹਨਾਂ ਨੇ, ਸਾਵਰਕਰ ਨੇ, ਗੋਲਵਲਕਰ ਨੇ ਬਹੁਤ ਐਡਮਾਇਰ ਕੀਤਾ ਔਰ ਇਹ ਕਿਹਾ ਕਿ ਜਿਹੜਾ ਸੋਲਿਊਸ਼ਨ ਘੱਟ ਗਿਣਤੀਆਂ ਨਾਲ ਨਿਬੜਨ ਦਾ ਨਾਜ਼ੀ ਵਰਤ ਰਹੇ ਨੇ, ਉਹੀ ਭਾਰਤ ਦੇ ਵਿੱਚ ਮੁਸਲਮਾਨਾਂ, ਈਸਾਈਆਂ ਔਰ ਦੂਸਰੀਆਂ ਘੱਟ ਗਿਣਤੀਆਂ ਲਈ ਹੈ। 100 ਸਾਲ ਪੁਰਾਣੀ ਇਹ ਜਥੇਬੰਦੀ ਜਿਹਨੂੰ 2014 ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜਿਹੜਾ ਉਹਨਾਂ ਦੀ ਆਪਣੀ ਮੈਜੋਰਿਟੀ ਪਾਰਟੀ BJP ਸੱਤਾ ਦੇ ਵਿੱਚ ਆਈ। ਉਸ ਤੋਂ ਪਹਿਲਾਂ ਹਾਲਾਂਕਿ ਅਟਲ ਬਿਹਾਰੀ ਵਾਜਪਾਈ ਇੱਕ ਵਾਰ 13 ਦਿਨ, ਇੱਕ ਵਾਰ 13 ਮਹੀਨੇ, ਇੱਕ ਵਾਰ ਲਗਭਗ 5 ਸਾਲ, ਪਰ ਉਹ ਕੋਲੀਸ਼ਨ ਗਵਰਨਮੈਂਟ ਸੀ। ਔਰ ਕਿਵੇਂ ਇਹਨਾਂ 12 ਸਾਲਾਂ ਦੇ ਵਿੱਚ ਜੋ ਘੱਟ ਗਿਣਤੀਆਂ ਨਾਲ ਹੋ ਰਿਹਾ ਹੈ, ਜਿਵੇਂ ਸਾਰੀ ਸੁਸਾਇਟੀ ਦਾ ਹਿੰਦੂਕਰਨ ਕੀਤਾ ਜਾ ਰਿਹਾ ਹੈ ਔਰ ਪੂਰਾ ਉਸ ਲੈਵਲ ਦੇ ਉੱਤੇ ਪਹੁੰਚ ਗਏ ਨੇ। ਔਰ ਜਿਵੇਂ ਮੈਂ ਕਿਹਾ, ਦੂਸਰੀ ਜਿਹੜੀ ਵਿਚਾਰਧਾਰਾ ਬਰਾਊਨ ਸ਼ਰਟਸ ਜਿਨ੍ਹਾਂ ਨੂੰ ਕਹਿੰਦੇ ਸੀ, ਮੁਸੋਲਿਨੀ ਦੀ ਵਿਚਾਰਧਾਰਾ, ਉਵੇਂ ਹੀ ਉਹਨਾਂ ਦਾ ਡਰੈਸ, ਹੇ ਹਿਟਲਰ ਵਾਲਾ ਸਲੂਟ ਨਾਜ਼ੀਆਂ ਦਾ, ਤੇ ਜਿਹੜਾ ਪਹਿਰਾਵਾ ਬਰਾਊਨ ਜਿਹੜੀ ਹੈ ਨਿੱਕਰ ਔਰ ਚਿੱਟੀ ਕਮੀਜ਼ ਔਰ ਸਿਰ ਤੇ ਕਾਲੀ ਟੋਪੀ ਜਿਹੜਾ ਫਾਸ਼ੀਆਂ ਦਾ ਸੀ, ਉਹੀ ਇਹਨਾਂ ਦਾ ਪਹਿਰਾਵਾ। ਹੁਣ ਇੰਨਾ ਕਰਤਾ ਇਹਨਾਂ ਨੇ ਕਿ ਖਾਕੀ ਨਿੱਕਰ ਦੀ ਥਾਂ ਖਾਕੀ ਪੈਂਟ ਜਿਹੜੀ ਹੈ ਉਹ ਬਣਾ ਦਿੱਤੀ ਹੈ। ਇੰਨਾ ਕੁ ਫਰਕ ਹੈ। ਪਰ ਉਸੇ ਹੀ ਵਿਚਾਰਧਾਰਾ ਨੂੰ ਉਹਨਾਂ ਨੇ 1 ਬਿਲੀਅਨ 500 ਮਿਲੀਅਨ ਲੋਕਾਂ ਦੇ ਉੱਤੇ ਉਹਨਾਂ ਦੇ ਨਾਲ ਕੀ ਵਾਪਰ ਰਿਹਾ ਹੈ ਉਹ ਵੇਰਵੇ ਜਾਣ ਦੀ ਲੋੜ ਨਹੀਂ। ਪਰ ਇਹ ਇਸ ਜ਼ਮਾਨੇ ਦਾ ਨਾਜ਼ੀ ਮੋਹਨ ਭਾਗਵਤ ਜਿਹੜਾ ਹੈ ਉਹ ਅਮਰੀਕਾ ਔਰ ਕੈਨੇਡਾ ਦੇ ਦੌਰੇ ਤੇ ਆ ਰਿਹਾ। ਨਾਂ ਰੱਖਿਆ ਗਿਆ ਕਿ ਜੀ ਯੂਨੀਵਰਸਲਿਜ਼ਮ, ਸਭ ਦੁਨੀਆ ਇੱਕ ਹੈ, ਸਭ ਜਿਹੜੇ ਨੇ ਉਹ ਇੱਕ ਜਿਹੜਾ ਹੋਣ। ਲੇਕਿਨ ਅਸਲ ਦੇ ਵਿੱਚ ਜਿਹੜਾ, ਔਰ ਇਹ ਉਹ ਜਥੇਬੰਦੀ RSS ਜਿਹੜੀ ਨਾ ਕਿਤੇ ਰਜਿਸਟਰਡ ਹੈ, ਅਰਬਾਂ ਖਰਬਾਂ ਰੁਪਇਆ ਇਹਨਾਂ ਦੇ ਕੋਲ ਹੈ, ਨਾ ਇਹਨਾਂ ਦੇ ਚਾਰਟਰ ਦਾ ਕਿਸੇ ਨੂੰ ਪਤਾ ਹੈ, ਗੁਪਤ ਰੱਖਿਆ ਜਾਂਦਾ ਹੈ, ਨਾ ਇਹ, ਲੇਕਿਨ ਨਾ ਇਹ ਕੋਈ NGO ਹੈ, ਨਾ ਇਹ ਕੋਈ ਪੋਲੀਟੀਕਲ, ਕਿਉਂਕਿ ਰਜਿਸਟ੍ਰੇਸ਼ਨ ਹੀ ਨਹੀਂ ਤਾਂ ਇਹਨਾਂ ਦਾ ਖੁਦ ਦਾ ਕਹਿਣਾ ਹੈ। ਲੇਕਿਨ ਇਹਦੇ ਬਾਵਜੂਦ ਕਰੋੜਾਂ ਲੋਕਾਂ ਨੂੰ ਇਹਨਾਂ ਨੇ ਆਪਣੇ ਜਾਲ 'ਚ ਫਸਾਇਆ ਹੋਇਆ ਹੈ। ਔਰ ਉਹਨਾਂ ਦਾ ਹੀ ਪਿਛਲਾ ਜਮਾਤਾਂ ਇੱਥੇ ਹਿੰਦੂ ਰਾਸ਼ਟਰੀ ਸੇਵਕ ਸੰਘ ਹੋਏ, ਹਿੰਦੂ ਫਾਊਂਡੇਸ਼ਨਸ ਹੋਣ, ਦੂਸਰੀਆਂ ਤੀਸਰੀਆਂ ਵੱਡੇ ਪੈਮਾਨੇ ਦੇ ਉੱਤੇ ਅਮਰੀਕਾ, ਕੈਨੇਡਾ 'ਚ RSS ਨੇ ਤਾਂ ਅਮਰੀਕਾ ਦੇ ਵਿੱਚ ਲੌਬਿੰਗ ਫਰਮ ਹਾਇਰ ਕਰ ਲਈ ਸੀ। ਲੇਕਿਨ ਜਦੋਂ ਇਹ ਹੋਇਆ ਕਿ ਬਈ ਇਹ ਤਾਂ ਕਰ ਹੀ ਨਹੀਂ ਸਕਦੇ ਹੈ, ਤੇ ਫਿਰ ਉਹਦੇ ਤੋਂ ਉਹਨਾਂ ਨੇ ਹੱਥ ਧੋਤੇ। ਲੇਕਿਨ ਇਹ ਬਿਲਕੁਲ ਕਿਵੇਂ ਅਮਰੀਕਾ ਔਰ ਕੈਨੇਡਾ ਦੇ ਵਿੱਚ ਇਸ ਜ਼ਹਿਰ ਨੂੰ ਫੈਲਾਉਣ ਆ ਰਿਹਾ ਜਿਹੜਾ ਹਿੰਦੂਤਵਾ ਵਿਚਾਰਧਾਰਾ ਦਾ। ਹਾਲਾਂ ਅਜੇ ਤੱਕ ਕੋਈ ਸਪੈਸੀਫਿਕ ਪ੍ਰੋਗਰਾਮ ਸਾਹਮਣੇ ਨਹੀਂ ਆਏ ਸਾਡੇ ਤੱਕ। ਜਿਹੜੀ ਕੁਝ ਕੌਨਫੀਡੈਂਸ਼ੀਅਲ ਜਾਣਕਾਰੀ ਜਿਹੜੀ ਕੈਨੇਡਾ ਦੇ ਹਵਾਲੇ ਨਾਲ ਵੀ ਆਈ, ਉਹਦੇ 'ਚ ਉਹਦੀ ਜਿਹੜੀ ਵਿਜ਼ਿਟ ਹੈ 5 ਦਿਨ ਦੀ ਉਹਦੀ ਕੈਨੇਡਾ ਵਿਜ਼ਿਟ ਹੈ, ਔਰ ਉਹਦੇ 'ਚ ਉਹਨੇ ਵੈਨਕੂਵਰ, ਕੈਲਗਰੀ, ਓਟਵਾ, ਮੌਂਟਰੀਅਲ, ਟੋਰਾਂਟੋ ਇਹਨਾਂ ਥਾਵਾਂ ਦੇ ਉੱਤੇ ਲਗਭਗ 3 ਜਾਂ 4 ਥਾਵਾਂ 'ਤੇ ਉਸ ਨੇ ਐਡਰੈਸ ਕਰਨਾ ਹੈ ਹਿੰਦੂਆਂ ਨੂੰ, ਔਰ ਇੱਕ ਅੱਧੀ ਥਾਂ ਦੇ ਉੱਤੇ ਕਲੋਜ਼ ਡੋਰ ਮੀਟਿੰਗ ਹੈ। ਇਸੇ ਤਰ੍ਹਾਂ ਅਮਰੀਕਾ ਦੇ ਹਵਾਲੇ ਨਾਲ ਜਿਹੜਾ ਹੈ ਇਹ ਸਾਹਮਣੇ ਆਇਆ, ਔਰ ਇਹ ਵੀ ਉਹਨਾਂ ਦੇ PTI ਦੀ ਨਿਊਜ਼ ਤੋਂ ਹੀ ਸਾਹਮਣੇ ਆਇਆ। ਹਾਲਾਂ ਜਿਹੜਾ ਕੈਨੇਡਾ ਦਾ ਸਕੈਜੂਲ, ਜਿਹੜਾ ਪ੍ਰੋਬੇਬਲ ਸਕੈਜੂਲ ਹੈ, ਉਹਦੇ 'ਚ ਜਿਹੜਾ 29 ਅਗਸਤ ਹੈ ਉਹ ਵੈਨਕੂਵਰ ਸ਼ੋਅ ਕਰ ਰਿਹਾ। ਸੋ ਜਿਵੇਂ ਮੈਂ ਕਿਹਾ ਵੀ ਇਹਨਾਂ ਨੇ ਵਿਚਾਲੇ ਉਸ ਕਿਸਮ ਦਾ ਖੁਫੀਆਪਨ ਰੱਖਿਆ ਹੋਇਆ। ਲੇਕਿਨ PTI ਦੀ ਨਿਊਜ਼ ਹੈ, RS ਚੀਫ ਮੋਹਨ ਭਾਗਵਤ who addressed Indian American community in New York on August 29
ਕਿ 29 ਅਗਸਤ ਨੂੰ ਜਿਹੜੇ ਹੈ ਉਸ ਨੇ ਮੈਡੀਸਨ ਸਕੁਐਰ ਗਾਰਡਨ ਮੈਡੀਸਨ ਸਕੁਐਰ ਦੇ ਸਾਹਮਣੇ ਜਿਹੜਾ ਉਸਨੇ ਐਡਰੈਸ ਕਰਨਾ ਹੈ। ਇਹਦੇ ਮੁਤਾਬਕ ਲਗਭਗ 5000 ਹਿੰਦੂਆਂ ਨੂੰ ਉਹਨਾਂ ਨੇ ਇਕੱਠਾ ਕਰਨਾ ਹੈ। ਔਰ ਇਸ ਦੇ ਨਾਲ ਹੀ ਜਿਹੜਾ ਜਿਉਂ ਹੀ ਇਹ ਖਬਰ ਵੀ ਆਈ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਬਾਕੀ ਸਿੱਖ ਜਥੇਬੰਦੀਆਂ ਗੁਰਦੁਆਰਿਆਂ ਵੱਲੋਂ ਜਿਹੜੀ ਇਹ ਨਾਲ ਦੀ ਨਾਲ ਇਹ ਕਾਲ ਦਿੱਤੀ ਗਈ ਕਿ 29 ਅਗਸਤ ਨੂੰ ਮੈਡੀਸਨ ਸਕੁਐਰ ਗਾਰਡਨ 'ਚ ਜਿੱਥੇ ਉਹਨੇ ਬੋਲਣਾ ਉਸ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਕੀਤਾ ਜਾਏਗਾ। ਔਰ ਇਹ ਮੰਗ ਵੀ ਕੀਤੀ ਗਈ ਹੈ ਕਿ ਭਾਈ ਇਹ ਪ੍ਰੋ ਹਿੰਦੂ ਟੈਰਰ ਆਰਗੇਨਾਈਜੇਸ਼ਨ ਹੈ ਇੰਡੀਆ ਦੀ ਔਰ ਇਸ ਦੇ ਉੱਤੇ ਵੀਜ਼ਾ ਇਸ ਦਾ ਕੈਂਸਲ ਕੀਤਾ ਜਾਏ ਔਰ RSS ਦੇ ਉੱਤੇ ਪੱਕੇ ਤੌਰ ਦੇ ਉੱਤੇ ਬੈਨ ਲਾਇਆ ਜਾਏ। ਹਾਲਾਂਕਿ ਜਿਵੇਂ ਅਸੀਂ ਕਿਹਾ ਵੀ 15 ਅਗਸਤ ਨੂੰ ਲੈ ਕੇ ਵੀ ਆਲਰੇਡੀ ਥਾਂ ਪ੍ਰੋਟੈਸਟ ਹੋ ਰਹੇ ਨੇ ਔਰ ਵਾਸ਼ਿੰਗਟਨ DC ਦੇ ਵਿੱਚ 15 ਅਗਸਤ ਨੂੰ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ ਜਿਹਦੇ ਵਿੱਚ ਸਾਰੇ ਈਸਟ ਕੋਸਟ ਤੋਂ ਸਿੱਖ ਗੁਰਦੁਆਰੇ ਕਮੇਟੀਆਂ ਔਰ ਜਥੇਬੰਦੀਆਂ ਦੀ ਕਾਲ ਹੈ। ਔਰ ਇਸ ਦੇ ਵਿੱਚ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਭਾਈ ਸੰਤੋਖ ਸਿੰਘ, ਹਰਿੰਦਰਬੀਰ ਸਿੰਘ, ਭਾਈ ਹਿੰਮਤ ਸਿੰਘ ਇਹਨਾਂ ਨਾਲ ਕੰਟੈਕਟ ਕਰਨ ਦਾ ਲਈ ਨੰਬਰ ਵੀ ਦਿੱਤੇ ਗਏ ਨੇ। 11 ਵਜੇ ਤੋਂ 2 ਵਜੇ ਤੱਕ ਸੈਚਰਡੇ ਇਹ ਪ੍ਰੋਟੈਸਟ ਹੋਣਾ ਹੈ। ਲੇਕਿਨ 29 ਅਗਸਤ ਵਾਲਾ ਜਿਹੜਾ ਜੇ ਇਹ ਕਨਫਰਮ ਹੁੰਦਾ ਹੈ ਮੈਡੀਸਨ ਸਕੁਐਰ ਗਾਰਡਨ 29 ਦਾ ਜਿਹੜਾ PTI ਨੇ ਤਾਂ ਇਹਨੂੰ ਆਲਮੋਸਟ ਕਨਫਰਮ ਵਾਂਗ ਹੀ ਕਿਹਾ। ਫਿਰ ਇਸ ਦੇ ਲਈ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਬੜੀ ਜ਼ਰੂਰੀ ਹੈ। ਔਰ ਮੋਹਨ ਭਾਗਵਤ ਦੀ ਇਸ ਵਿਜ਼ਿਟ ਨੂੰ ਲੈ ਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੈ ਆਲਰੇਡੀ ਇੱਕ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਗਈ ਹੈ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਿੱਥੇ ਵੀ ਅਮਰੀਕਾ ਕੈਨੇਡਾ 'ਚ ਮੋਹਨ ਭਾਗਵਤ ਜਾਏਗਾ ਉੱਥੇ ਵੱਡੇ ਜਿਹੜੇ ਨੇ ਰੋਸ ਵਿਖਾਵੇ ਕੀਤੇ ਜਾਣਗੇ। ਔਰ ਸਾਡੇ ਲਈ ਇਹ ਹੋਰ ਵੀ ਅਹਿਮੀਅਤ ਵਾਲਾ ਕਿ ਨਾ ਸਿਰਫ ਉਹ ਇੱਥੋਂ ਦਾ ਮਾਹੌਲ ਵਿਗਾੜਨ ਆ ਰਿਹਾ, ਆਲਰੇਡੀ ਇਹ ਪੋਲਰਾਈਜ਼ ਕਰਨ ਵਾਲੀ ਜਮਾਤ ਹੈ, ਪਰ ਜਦੋਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਅਕਾਲ ਤਖਤ ਦੇ ਜਥੇਦਾਰ ਸਨ ਉਦੋਂ ਅਕਾਲ ਤਖਤ ਦਾ ਹੁਕਮਨਾਮਾ ਹੈ RSS ਦੇ ਖਿਲਾਫ ਕਿ ਸਿੱਖ ਵਿਰੋਧੀ ਜਮਾਤ ਹੈ ਔਰ ਇਹਨਾਂ ਦੇ ਨਾਲ ਕੋਈ ਕੋਆਰਡੀਨੇਸ਼ਨ ਨਾ ਕੀਤੀ ਜਾਏ ਔਰ ਇਹਨਾਂ ਦਾ ਵਿਰੋਧ ਕੀਤਾ ਜਾਏ, ਕਿਉਂਕਿ ਉਦੋਂ ਇਹ ਹਜ਼ੂਰ ਸਾਹਿਬ ਤੋਂ ਦਰਬਾਰ ਸਾਹਿਬ ਤੱਕ ਜਿਹੜਾ ਹੈ ਉਹ ਨਗਰ ਕੀਰਤਨ ਕੱਢਣਾ ਚਾਹੁੰਦੇ ਸੀ। ਸੋ ਸਾਡੇ ਲਈ ਇਹ ਧਾਰਮਿਕ ਤੌਰ ਤੇ ਵੀ ਬਾਈਂਡਿੰਗ ਹੈ ਔਰ ਜੋ ਕੁਛ RSS ਦੀ ਵਿਚਾਰਧਾਰਾ ਹੈ ਇਹੀ ਗੱਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵੱਲੋਂ ਕਿਹਾ ਗਿਆ ਕਿ ਭਾਈ ਅਸੀਂ ਜਿਹੜਾ ਇਸ ਦੇ ਖਿਲਾਫ ਜ਼ੋਰਦਾਰ ਕਰਾਂਗੇ ਪ੍ਰੋਟੈਸਟ, ਕਿਉਂਕਿ RSS ਦੀ ਸੋਚ ਇਨਸਾਨੀਅਤ ਵਿਰੋਧੀ ਹੈ, ਬਹੁਤ ਘਾਤਕ ਹੈ ਔਰ ਇਸ ਤੋਂ ਸਮੁੱਚੀਆਂ ਘੱਟ ਗਿਣਤੀਆਂ ਨੂੰ ਵੀ ਇਹਨਾਂ ਦੇ ਏਜੰਡੇ ਤੋਂ ਚੌਕਸ ਹੋਣ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਸਿਰਫ ਸਿੱਖਾਂ ਤੱਕ ਹੀ ਸੀਮਤ ਨਹੀਂ ਹੋਣਗੇ ਪ੍ਰੋਟੈਸਟ, ਅਸੀਂ ਦੂਸਰੀਆਂ ਵੱਖ-ਵੱਖ ਘੱਟ ਗਿਣਤੀਆਂ ਨੂੰ ਵੀ ਅਪੀਲ ਕੀਤੀ ਹੈ ਔਰ ਉਹਨਾਂ ਦੇ ਨਾਲ ਰਲ ਕੇ ਅਸੀਂ ਇਹ ਪ੍ਰੋਟੈਸਟ ਕਰਾਂਗੇ। ਔਰ ਇਹ ਜਿਹੜੀ ਇਹਨਾਂ ਦੀ ਵਿਚਾਰਧਾਰਾ RSS ਦੀ ਇਹ ਇੱਕ ਬੜੀ ਖਤਰਨਾਕ ਵਿਚਾਰਧਾਰਾ ਹੈ। ਸਿੱਖ ਧਰਮ ਨੂੰ ਹਿੰਦੂ ਧਰਮ 'ਚ ਜਜ਼ਬ ਕਰਨ ਜਾਂ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਖਤਮ ਕਰਨ ਦੀ ਜਿਹੜੀ ਇਹਨਾਂ ਦੀ ਕੋਸ਼ਿਸ਼ ਹੈ ਉਸ ਨੂੰ ਸਿੱਖ ਗੰਭੀਰ ਚੁਣੌਤੀ ਦੇ ਤੌਰ ਤੇ ਲੈਂਦੇ ਨੇ ਔਰ ਇਹੀ ਇਹਨਾਂ ਦਾ ਵਰਤਾਰਾ ਜਿਹੜਾ ਹੈ ਉਹ ਦਲਿਤਾਂ, ਈਸਾਈਆਂ ਔਰ ਮੁਸਲਮਾਨਾਂ ਤੇ ਬਾਕੀ ਘੱਟ ਗਿਣਤੀਆਂ ਨਾਲ ਵੀ ਹੈ। ਇਹ ਡਾਇਸਪੋਰਾ ਦੇ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਵੀ ਕਰਦੇ ਨੇ ਔਰ ਇਹਨਾਂ ਦੋਨਾਂ ਜਥੇਬੰਦੀਆਂ ਨੇ ਅਮਰੀਕਾ ਕੈਨੇਡਾ ਦੀਆਂ ਸਰਕਾਰਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਇਹ ਇੱਕ RSS ਇੱਕ ਅੱਤਵਾਦੀ ਜਮਾਤ ਹੈ। ਜ਼ਾਹਰ ਹੈ CIA ਨੇ ਆਪਣੀ ਰਿਪੋਰਟ 'ਚ ਉਹਨੂੰ ਮਿਲੀਟੈਂਟ ਹਿੰਦੂ ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਮੈਂਸ਼ਨ ਕੀਤਾ ਹੋਇਆ। ਉਹਨਾਂ ਦਾ ਕਹਿਣਾ ਕਿ ਇਸ ਦੇ ਅਮਰੀਕਾ ਦਾਖਲੇ ਦੇ ਉੱਤੇ ਵੀ ਪਾਬੰਦੀ ਲਾਈ ਜਾਏ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ US SIRF ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਸ ਦੀ ਰਿਪੋਰਟ ਤੇ ਹੀ ਬੇਸਡ 2002 ਦੇ ਵਿੱਚ ਜਦੋਂ ਕਿ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਗਈ ਸੀ ਔਰ ਉਦੋਂ US SIRF ਨੇ ਇਹ ਰਿਪੋਰਟ ਕੀਤਾ ਸੀ ਕਿ ਵੀ ਇਹ ਮੋਦੀ ਇਸ ਲਈ ਜ਼ਿੰਮੇਵਾਰ ਹੈ, ਇਸ ਲਈ ਇਹਨੂੰ ਅਮਰੀਕਾ ਨਾ ਵੜਨ ਦਿੱਤਾ ਜਾਏ। 12 ਸਾਲ ਮੋਦੀ ਦੇ ਅਮਰੀਕਾ ਦਾਖਲੇ ਤੇ ਪਾਬੰਦੀ ਰਹੀ ਹੈ। ਹੁਣ ਕਿਉਂਕਿ ਜਦੋਂ 2014 'ਚ ਪ੍ਰਾਈਮ ਮਿਨਿਸਟਰ ਬਣਿਆ ਫਿਰ ਉਸ ਨੂੰ ਅਲਾਉ ਕੀਤਾ ਗਿਆ। ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ US SIRF ਨੂੰ ਲੈਟਰ ਲਿਖਿਆ ਕਿ ਭਾਈ ਇਹ ਮੋਹਨ ਭਾਗਵਤ ਦੀ ਅਮਰੀਕਾ ਫੇਰੀ ਦੇ ਉੱਤੇ ਪਾਬੰਦੀ ਲਾਈ ਜਾਏ, ਇਹਦਾ ਜਿਹੜਾ ਵੀਜ਼ਾ ਕੈਂਸਲ ਕੀਤਾ ਜਾਏ। ਉਹਨਾਂ ਨੇ US SIRF ਨੂੰ ਕਿਹਾ ਕਿਉਂਕਿ ਇਹ ਸਾਰਾ ਕੁਝ ਜਿਹੜਾ ਹੈ ਇਹ
ਸੈਕਟਰੀ ਆਫ ਸਟੇਟ ਜਾਂ ਜਿਹਨੂੰ ਅਸੀਂ ਵਿਦੇਸ਼ ਮੰਤਰਾਲਾ ਕਹਿੰਦੇ ਹਾਂ ਉਹਦੇ ਪਰਵਿਊ 'ਚ ਆਉਂਦਾ ਹੈ। ਸੋ US ਸਰਫ ਨੂੰ ਕਿਹਾ ਗਿਆ ਕਿ ਉਹ ਸਟੇਟ ਡਿਪਾਰਟਮੈਂਟ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੂੰ ਇਹ ਲਿਖਣ ਕਿ ਇਹ ਮੋਦੀ ਔਰ ਇਹਦੀ ਜਮਾਤ ਜਿਹੜੀ ਹੈ ਮੋਹਨ ਭਾਗਵਤ ਦੀ RSS ਇੱਕ ਮਿਲੀਟੈਂਟ ਹਿੰਦੂ ਆਰਗੇਨਾਈਜੇਸ਼ਨ ਹੈ, ਜਿਵੇਂ RSS ਨੂੰ ਜਿਹੜਾ ਡਿਕਲੇਅਰ ਕੀਤਾ ਹੋਇਆ CIA ਨੇ। ਇਹ ਨਾਜ਼ੀ ਤਰਜ਼ ਦੀ ਆਈਡੀਓਲੋਜੀ ਹੈ ਔਰ ਇਸ ਦੇ ਥੱਲੇ ਜਿਹੜਾ ਹੈ ਇਸ ਨੂੰ ਜਿਹੜਾ ਇਸ ਦੀ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਜਾਏ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ RSS ਹੈ ਇਹ ਹਿੰਦੂ ਕਲਚਰ ਨੂੰ ਹੀ ਜਿਹੜਾ ਉਹ ਲਾਗੂ ਕਰਦਾ ਹੈ ਔਰ ਜਿਹੜੀ ਡਾਈਵਰਸਿਟੀ ਹੈ ਮੁਸਲਿਮ, ਕ੍ਰਿਸਚਨ, ਸਿੱਖ, ਦੂਜੇ ਉਹਨਾਂ ਸਾਰਿਆਂ ਕਲਚਰਸ ਨੂੰ ਆਪਣੇ 'ਚ ਜਜ਼ਬ ਕਰਨ ਦੀ ਲਾਈਨ ਰੱਖਦਾ ਹੈ। ਔਰ ਇਹ ਜਿਹੜੀ ਇਹਨਾਂ ਦੀ ਸੋ ਕਾਲਡ ਇਨਕਲੂਸਿਵਨੈਸ ਇਹ ਕਹਿ ਰਹੇ ਨੇ, ਇਨਫੈਕਟ ਇਹਦੇ ਬਿਲਕੁਲ ਆਪੋਜ਼ਿਟ ਇਹਨਾਂ ਦਾ ਵਰਤਾਰਾ ਹੈ। ਔਰ ਇਹਨਾਂ ਦੀਆਂ ਹੀ ਇਹ ਸ਼ਾਖਾਵਾਂ ਜਾਂ ਸਿਸਟਰ ਆਰਗੇਨਾਈਜੇਸ਼ਨ ਨੇ ਜਿਨ੍ਹਾਂ 'ਚ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ ਔਰ ਇਹ ਸਾਰੇ ਜਿਹੜੇ ਨੇ ਇਹ ਬਿਲਕੁਲ ਹਿੰਦੂਤਵਾਦੀ ਆਈਡੀਓਲੋਜੀ ਜਿਹੜੀ ਨਫ਼ਰਤ ਨਾਲ ਭਰਪੂਰ ਹੈ ਉਸ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ RSS ਇਜ਼ ਦਾ ਆਈਡੀਓਲੋਜੀਕਲ ਪੇਰੈਂਟ ਆਫ ਦਾ ਸੰਘ ਪਰਿਵਾਰ, ਇਹ ਫੈਮਿਲੀ ਆਫ ਹਿੰਦੂ ਨੈਸ਼ਨਲਿਸਟ ਪੋਲੀਟੀਕਲ, ਸੋਸ਼ਲ, ਐਜੂਕੇਸ਼ਨਲ, ਚੈਰੀਟੇਬਲ ਐਂਡ ਡਾਇਸਪੋਰਾ ਆਰਗੇਨਾਈਜੇਸ਼ਨਸ। ਔਰ ਇਹ ਜਿਹੜਾ ਇਸ ਦੇ ਉੱਤੇ there have been several attacks on Muslims and Christians in India by members of these organizations। ਔਰ ਉਹਨਾਂ ਨੇ ਫਿਰ ਮਨੀਪੁਰ ਦਾ ਹਵਾਲਾ ਦਿੱਤਾ ਹੈ ਕਿ ਜਿੱਥੇ 250 ਤੋਂ ਜ਼ਿਆਦਾ ਚਰਚ RSS ਦੀ ਕਮਾਂਡ ਥੱਲੇ ਜੋ ਉੱਥੇ ਗਵਰਨ ਕਰ ਰਹੇ ਨੇ ਉਹਨਾਂ ਨੇ ਡਿਸਟਰੋਏ ਕੀਤੇ ਨੇ। ਔਰ ਇਸੇ ਤਰ੍ਹਾਂ ਹਿੰਦੂ ਮੌਬਸ ਜਿਹੜੀਆਂ ਨੇ ਲਿੰਚਿੰਗ ਔਰ ਦੂਸਰਾ ਇਹਨਾਂ ਸਾਰਿਆਂ ਨੂੰ ਲੈਂਦੀਆਂ ਨੇ। ਔਰ ਇਸ ਦੇ ਉੱਤੇ ਉਹਨਾਂ ਨੇ ਫਿਰ ਅਖੀਰ ਦੇ ਵਿੱਚ US ਸਰਫ ਨੂੰ ਲਿਖੇ ਲੈਟਰ 'ਚ 5 ਜਿਹੜੇ ਨੇ ਉਹ ਨੁਕਤੇ ਜਾਂ ਬੁਲਟ ਪੁਆਇੰਟਸ ਹਾਈਲਾਈਟ ਕੀਤੇ ਨੇ ਜੀ ਕਿ US ਸਰਫ ਕਮਿਸ਼ਨਰਸ ਰਾਈਟ ਟੂ ਦਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਟੂ ਬਾਰ ਭਾਗਵਤ ਫਰੋਮ ਐਂਟਰੀ ਇਨਟੂ ਦਾ ਯੂਨਾਈਟਿਡ ਸਟੇਟਸ ਕਿ ਵੀ US ਸਰਫ ਲਿਖੇ ਇਸ ਦੇ ਉੱਤੇ ਪਾਬੰਦੀ ਲਾਈ ਜਾਏ। ਜੀ employ US serf's outreach capacity through its social media channels to oppose Bhagwat's appearances ਕਿ US ਸਰਫ ਆਪਣੇ ਸੋਸ਼ਲ ਮੀਡੀਆ ਚੈਨਲ, ਆਪਣੀਆਂ ਪ੍ਰੈਸ ਰਿਲੀਜ਼ਸ ਜਾਂ PR ਰਾਹੀਂ ਇਸ ਨੂੰ ਐਕਸਪੋਜ਼ ਕਰੇ। ਹੋਲਡ ਏ ਹੀਅਰਿੰਗ ਔਨ RSS ਟੂ ਕੋਇਨਸਾਈਡ ਵਿਦ ਦਾ ਵਿਜ਼ਿਟ ਕਿ ਜਦੋਂ ਇੱਥੇ ਉਹਦੇ ਆਉਣ ਦਾ ਟਾਈਮ ਹੋ US ਸਰਫ ਆਪਣੇ ਲੈਵਲ ਦੇ ਉੱਤੇ ਇੱਕ ਹੀਅਰਿੰਗ ਆਰਗੇਨਾਈਜ਼ ਕਰੇ ਕਿ ਉੱਥੇ ਘੱਟ ਗਿਣਤੀਆਂ ਦੇ ਨਾਲ ਕੀ ਹੋ ਰਿਹਾ ਔਰ RSS ਦੀ ਵਿਚਾਰਧਾਰਾ ਕੀ ਹੈ। as highlighted in US SURF 2026 report, US SURF commissioners should issue a public statement, press release stressing the recommendations to ban RSS officials that include Mohan Bhagwat and its officials for entering the US। उन्होंने कहा कि भी ਜਿਵੇਂ US ਸਰਫ ਦੀ ਆਪਣੀ ਰਿਪੋਰਟ 2026 ਦੀ ਹੈ ਜਿਹਦੇ 'ਚ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਲਈ ਕਿਹਾ ਗਿਆ। ਉਸ ਦੇ ਨਾਲ RSS ਕੀ ਹੈ US ਸਰਫ ਦੀਆਂ ਰਿਪੋਰਟਸ ਨੇ ਕਈ ਵਾਰ ਐਕਸਪੋਜ਼ ਕੀਤਾ ਹੈ। ਪਰ ਇਹ ਰਾਈਟ ਟਾਈਮ ਹੈ ਕਿ US ਸਰਫ ਜਿਹੜਾ ਹੈ ਉਹ ਸਟੇਟ ਡਿਪਾਰਟਮੈਂਟ ਨੂੰ ਮੋਹਨ ਭਾਗਵਤ ਦਾ ਵੀਜ਼ਾ ਕੈਂਸਲ ਕਰਨ ਔਰ ਇਸ ਦੇ ਉੱਤੇ ਪਾਬੰਦੀ ਲਾਉਣ ਲਈ ਕਹੇ। ਸੋ ਅਸੀਂ ਜਿੱਥੇ ਇਹਨਾਂ ਸਾਰੀਆਂ ਜਥੇਬੰਦੀਆਂ ਦੇ ਸਟੈਂਡ ਦੀ ਹਮਾਇਤ ਕਰਦੇ ਹਾਂ ਉੱਥੇ ਅਸੀਂ ਇਹ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਅੱਡ-ਅੱਡ ਗੁਰਦੁਆਰੇ ਆਪਣੇ ਤੌਰ ਦੇ ਉੱਤੇ ਵੀ ਆਪਣੇ ਲੈਟਰ ਹੈਡਸ ਦੇ ਉੱਤੇ ਜਿਹੜਾ ਸੈਕਟਰੀ ਆਫ ਸਟੇਟ ਜਿਹੜਾ ਮਾਰਕੋ ਰੂਬੀਓ ਨੂੰ ਲਿਖਣ, ਉਸ ਦੀ ਐਂਟਰੀ ਦੇ ਉੱਤੇ ਜਿਹੜਾ ਬੈਨ ਦੀ ਜਿਹੜੀ ਹੈ ਉਹ ਅਪੀਲ ਕੀਤੀ ਜਾਏ ਔਰ ਨਾਲ ਦੀ ਨਾਲ ਇੱਕ ਕਾਪੀ ਜਿਹੜੀ ਹੈ US ਸਰਫ ਨੂੰ ਵੀ ਭੇਜਣ ਕਿਉਂਕਿ ਬੜਾ ਇੰਪੋਰਟੈਂਟ ਹੈ। ਕੈਨੇਡਾ ਦੇ ਵਿੱਚ ਆਲਰੇਡੀ NDP ਪਾਰਟੀ ਨੇ ਖੁੱਲ੍ਹ ਕੇ ਉਸ ਦਾ ਵਿਰੋਧ ਕੀਤਾ ਹੈ, ਕੁਝ ਮੈਂਬਰ ਪਾਰਲੀਮੈਂਟ ਹੋਰ ਵੀ ਬੋਲ ਰਹੇ ਨੇ। ਸੋ ਅਮਰੀਕਾ ਦੇ ਵਿੱਚ ਵੀ ਜਿਹੜਾ ਇਸ ਦੇ ਉੱਤੇ ਇੱਕ ਕੰਸਿਸਟੈਂਟ ਲੌਬੀ ਹੋਣੀ ਚਾਹੀਦੀ ਹੈ ਤਾਂ ਕਿ ਇਹ ਜਿਹੜਾ ਨਫ਼ਰਤ ਦਾ ਪੌਦਾ ਹੈ, ਜਿਸ ਨਫ਼ਰਤ 'ਚੋਂ ਨਾਜ਼ੀਆਂ ਦੀ ਆਈਡੀਓਲੋਜੀ ਨੇ ਕਿੰਨੇ ਮਿਲੀਅਨ ਐਂਡ ਮਿਲੀਅਨਸ ਲੋਕਾਂ ਦਾ ਘਾਣ ਕੀਤਾ, ਇਹੀ ਕੁਝ ਭਾਰਤ ਦੇ ਵਿੱਚ ਹੋ ਰਿਹਾ। ਔਰ ਜੇ ਇਸ ਵਿਚਾਰਧਾਰਾ ਵਾਲਿਆਂ ਨੂੰ ਨੱਥ ਨਾ ਪਾਈ ਗਈ ਤੇ ਇਹ ਫਿਰ ਬਹੁਤ ਜ਼ਿਆਦਾ ਜਿਹੜਾ ਉਜਾੜਾ, ਬਰਬਾਦੀ ਔਰ ਨਸਲਕੁਸ਼ੀ
ਜਿਹੜੀ ਹੈ ਉਸ ਖਿੱਤੇ ਦੇ ਵਿੱਚ ਦੇਖਣ ਨੂੰ ਮਿਲੇਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।